ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੀ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੀ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵਤਨ ਵਾਪਸੀ ਤੋਂ ਕਤਰਾਉਣ ਲੱਗੇ ਅਮਰੀਕਾ ਵਿੱਚ ਵਰਕ ਵੀਜ਼ਾ ਵਾਲੇ ਭਾਰਤੀ। ਕੈਨੇਡਾ 'ਚ ਕਿਰਤੀਆਂ ਦੀ ਵੱਡੀ ਘਾਟ। ਕੈਨੇਡਾ 'ਚ ਬੂਸਟਰ ਡੋਜ਼ ਤੋਂ ਬਿਨਾਂ ਯਾਤਰੀਆਂ ਦੇ ਆਉਣ ਜਾਣ ਤੇ ਲਾਈ ਗਈ ਰੋਕ। ਓਮਿਕਰॉन ਦਾ ਖੌਫ। ਕੋਰੋਨਾ ਟੈਸਟ ਦੇ ਨਵੇਂ ਨਿਯਮਾਂ ਕਾਰਨ ਟੋਰਾਂਟੋ ਏਅਰਪੋਰਟ ਤੇ ਪਰੇਸ਼ਾਨ ਯਾਤਰੀ। ਆਸਟ੍ਰੇਲੀਆ ਦੀ ਕੰਤਾਸ ਏਅਰਵੇਜ਼ ਨੇ ਭਾਰਤ ਲਈ ਮੁੜ ਸ਼ੁਰੂ ਕੀਤਾ ਵਪਾਰਕ ਉਡਾਣ ਸੇਵਾ। ਅਫਰੀਕੀ ਦੇਸ਼ਾਂ ਤੇ ਲਗਾਈ ਯਾਤਰਾ ਪਾਬੰਦੀ ਹਟਾ ਸਕਦਾ ਹੈ ਅਮਰੀਕਾ। ਡਾਕਟਰ ਫੌਚੀ। ਵੈਨਕੂਵਰ ਵਿੱਚ ਸਟੋਰਾਂ 'ਚੋਂ ਖਰੀਦਦਾਰੀ ਸਮੇਂ ਚੋਰੀ ਕਰਦੇ 195 ਲੋਕਾਂ ਤੋਂ $75,000 ਅਤੇ 35 ਹਥਿਆਰ ਬਰਾਮਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਵਰਕ ਵੀਜ਼ਾ ਤੇ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਦੂਰੀ ਮੁਸ਼ਕਲਾਂ ਵਿੱਚ ਘਿਰ ਗਏ ਨੇ। ਓਮਿਕਰॉन ਲਗਾਤਾਰ ਫੈਲਦਾ ਜਾ ਰਿਹਾ ਹੈ ਅਤੇ ਕੱਚੇ ਪ੍ਰਵਾਸੀਆਂ ਨੂੰ ਲੱਗਦਾ ਹੈ ਕਿ ਜੇ ਉਹ ਭਾਰਤ ਗੇੜਾ ਮਾਰਨ ਗਏ ਤਾਂ ਉੱਥੇ ਹੀ ਨਾ ਫਸ ਜਾਣ। ਦਿੱਲੀ ਸਥਿਤ ਅਮਰੀਕੀ ਐਮਬੈਸੀ ਪਹਿਲਾਂ ਹੀ ਸੀਮਤ ਸਟਾਫ ਨਾਲ ਕੰਮ ਕਰ ਰਹੀ ਹੈ। ਅਜਿਹੇ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਤੇ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਦੂਜੇ ਪਾਸੇ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਗ੍ਰੀਨ ਕਾਰਡ ਲਈ ਆਈਆਂ ਅਰਜ਼ੀਆਂ ਦਾ ਬੈਕਲੌਗ 15 ਲੱਖ ਤੋਂ ਟੱਪ ਗਿਆ ਹੈ, ਪਰ ਹਰ ਸਾਲ ਸਿਰਫ 1,40,000 ਗ੍ਰੀਨ ਕਾਰਡਸ ਦਾ ਕੋਟਾ ਹੋਣ ਕਾਰਨ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆਉਂਦੀ। ਕੈਨੇਡਾ ਵਿੱਚ ਲੱਖਾਂ ਕਿਰਤੀਆਂ ਦੀ ਘਾਟ ਵਿਚਾਲੇ ਕੰਪਨੀਆਂ ਗੈਰ ਟੀਕਾਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਮਜਬੂਰ ਹੋ ਗਈਆਂ ਨੇ। ਭਾਵੇਂ ਫੈਡਰਲ ਸਰਕਾਰ ਨੇ ਸਾਰੇ ਕਾਮਿਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਹੋਇਆ ਹੈ, ਪਰ ਜਿਹੜੇ ਲੋਕ ਟੀਕਾਕਰਨ ਨਹੀਂ ਕਰਵਾਉਣਾ ਚਾਹੁੰਦੇ ਉਹਨਾਂ ਲਈ ਰੋਜ਼ਾਨਾ ਟੈਸਟਿੰਗ ਜ਼ਰੂਰੀ ਕੀਤੀ ਗਈ ਹੈ। ਬਹੁਤ ਸਾਰੇ ਕਾਮੇ ਵੈਕਸੀਨੇਸ਼ਨ ਨਹੀਂ ਕਰਾਉਣਾ ਚਾਹੁੰਦੇ, ਇਸ ਲਈ ਓਮਿਕਰॉन ਵੈਰੀਐਂਟ ਦੇ ਖਤਰੇ ਵਿਚਾਲੇ ਕੰਪਨੀਆਂ ਉਹਨਾਂ ਦੀ ਰੋਜ਼ਾਨਾ ਟੈਸਟਿੰਗ ਤੇ ਖਰਚਾ ਕਰਨ ਲਈ ਮਜਬੂਰ ਨੇ। ਕੰਪਨੀਆਂ ਦਾ ਕਹਿਣਾ ਹੈ ਕਿ ਉਹ ਕਿਰਤੀਆਂ ਦੀ ਘਾਟ ਵਿਚਾਲੇ ਟੀਕਾਕਰਨ ਲਾਜ਼ਮੀ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦੀਆਂ। ਕਿਹੜੇ ਔਖੇ ਦੌਰ ਚੋਂ ਲੰਘ ਰਹੀਆਂ ਨੇ ਕੈਨੇਡਾ ਦੀਆਂ ਕੰਪਨੀਆਂ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਮੁਲਾਜ਼ਮਾਂ ਦੇ ਟੀਕਾਕਰਨ ਲਈ ਵਿਸ਼ਵ ਵਿੱਚ ਸਭ ਤੋਂ ਸਖਤ ਨੀਤੀਆਂ ਅਪਣਾਈਆਂ ਹੋਈਆਂ ਨੇ। ਇਸ ਦੇ ਚਲਦਿਆਂ ਹੁਣ ਤੱਕ ਕੋਰੋਨਾ ਵੈਕਸੀਨ ਦਾ ਟੀਕਾ ਨਾ ਲਗਵਾਉਣ ਵਾਲੇ 1000 ਤੋਂ ਵੱਧ ਮੁਲਾਜ਼ਮਾਂ ਨੂੰ ਬਗੈਰ ਤਨਖਾਹ ਜਬਰੀ ਛੁੱਟੀ ਤੇ ਭੇਜਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਹੋਰ ਮੁਲਾਜ਼ਮਾਂ ਤੇ ਇਹ ਤਲਵਾਰ ਲਟਕ ਰਹੀ ਹੈ। ਕੈਨੇਡਾ ਸਰਕਾਰ ਨੇ ਇੱਕ ਵਾਰ ਫਿਰ ਸਖਤੀ ਕਰਦੇ ਹੋਏ ਹਰ ਉਸ ਯਾਤਰੀ ਤੇ ਕੈਨੇਡਾ ਆਉਣ ਤੇ ਬਾਹਰ ਜਾਣ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਨੇ ਜਿਸਨੇ ਬੂਸਟਰ ਡੋਜ਼ ਨਹੀਂ ਲਈ। ਕੈਨੇਡਾ ਸਰਕਾਰ ਦੇ ਸਿਹਤ ਵਿਭਾਗ ਨੇ ਆਪਣੇ ਦੇਸ਼ ਵਾਸੀਆਂ ਜਾਂ ਹੋਰਾਂ ਨੂੰ ਬੂਸਟਰ ਡੋਜ਼ ਲੱਗਣ ਤੋਂ ਬਾਅਦ ਇੱਕ ਐਪ ਜਾਰੀ ਕੀਤੀ ਹੈ ਜਿਸ ਨੂੰ ਹਰ ਹਵਾਈ ਅੱਡੇ ਤੇ ਚੈੱਕ ਕੀਤਾ ਜਾਂਦਾ ਹੈ। ਜੇਕਰ ਕਿਸੇ ਯਾਤਰੀ ਕੋਲ ਉਹ ਐਪ ਨਹੀਂ ਹੈ ਤੇ ਜੇਕਰ ਐਪ ਚੈੱਕ ਕਰਨ ਤੇ ਲਾਲ ਨਿਸ਼ਾਨ ਆਉਂਦਾ ਹੈ ਤਾਂ ਉਹ ਕੋਰੋਨਾ ਟੀਕੇ ਤੇ ਹੋਰ ਟੀਕਿਆਂ ਦੀ ਡੋਜ਼ ਪੂਰੀ ਨਹੀਂ ਕਰਦਾ ਤਾਂ ਉਸ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਸਹੂਲਤਾਂ ਦੇਣ ਦੇ ਬਹੁਤੇ ਲੋਕ ਕੋਰੋਨਾ ਬਚਾਅ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਰਕੇ ਹੁਣ ਸਖਤੀ ਕੀਤੀ ਗਈ ਹੈ ਤਾਂ ਜੋ ਲੋਕ ਕੰਮ ਤੇ ਜਾਂਦੇ ਨੇ ਉਹਨਾਂ ਦੇ ਪ੍ਰਬੰਧਕਾਂ ਤੇ ਮਾਲਕਾਂ ਨੂੰ ਵੀ ਸਖਤ ਹਦਾਇਤ ਕੀਤੀ ਗਈ ਹੈ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰॉन ਦੇ ਮਾਮਲੇ ਕੈਨੇਡਾ ਵਿੱਚ ਸਾਹਮਣੇ ਆਏ ਨੇ। ਇਸ ਮਗਰੋਂ ਫੈਡਰਲ ਸਰਕਾਰ ਵੱਲੋਂ ਕੋਰੋਨਾ ਟੈਸਟ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ ਕਾਰਨ ਕੈਨੇਡੀਅਨ ਏਅਰਪੋਰਟਾਂ ਤੇ ਬਹੁਤ ਪਰੇਸ਼ਾਨੀ ਹੋ ਗਈ ਹੈ। ਨਵਾਂ ਓਮਿਕਰॉन ਵੈਰੀਐਂਟ ਫੈਲਣ ਕਾਰਨ ਸਰਕਾਰ ਨੇ ਅਮਰੀਕਾ ਨੂੰ ਛੱਡ ਕੇ ਸਭ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਯਾਤਰੀਆਂ ਨੂੰ ਇਸ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਪਰੇਸ਼ਾਨੀ ਪੈਦਾ ਹੋ ਗਈ ਹੈ। ਕੈਨੇਡਾ ਦਾਖਲ ਹੋਣ ਸਮੇਂ ਹਰ ਯਾਤਰੀ ਦਾ ਟੈਸਟ ਜ਼ਰੂਰੀ ਹੈ ਅਤੇ ਟੈਸਟ ਦਾ ਨਤੀਜਾ ਨੈਗੇਟਿਵ ਆਉਣ ਤੱਕ ਆਈਸੋਲੇਟ ਰਹਿਣਾ ਵੀ ਜ਼ਰੂਰੀ ਹੈ। ਇਹ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੁੰਦੇ ਨੇ ਜੋ ਪੂਰੀ ਤਰ੍ਹਾਂ ਵੈਕਸੀਨੇਟ ਹਨ। ਵਿਦੇਸ਼ ਤੋਂ ਕੈਨੇਡਾ ਲਈ ਉਡਾਣ ਫੜਨ ਤੋਂ 72 ਘੰਟੇ ਪਹਿਲਾਂ ਨੈਗੇਟਿਵ ਟੈਸਟ ਹੋਣੀ ਵੀ ਲਾਜ਼ਮੀ ਹੈ। ਅਰਾਈਵਲ ਮੌਕੇ ਅਜੇ ਕੁਝ ਯਾਤਰੀ ਟੈਸਟ ਲਈ ਸਲੀਕੈਟ ਕੀਤੇ ਜਾ ਰਹੇ ਨੇ, ਪਰ ਹਰ ਯਾਤਰੀ ਦਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਕੁਝ ਦਿਨਾਂ ਵਿੱਚ ਲਾਗੂ ਹੋ ਜਾਏਗਾ। ਟਰਾਂਸਪੋਰਟ ਕੈਨੇਡਾ ਨਾਲ ਇੰਟਰਨੈਸ਼ਨਲ ਏਅਰਪੋਰਟਾਂ ਦੇ ਪ੍ਰਬੰਧਕ ਇਸ ਬਾਰੇ ਸਲਾਹ ਮਸ਼ਵਰੇ ਕਰ ਰਹੇ ਨੇ। ਟੈਸਟ ਅਤੇ ਆਈਸੋਲੇਸ਼ਨ ਲਾਜ਼ਮੀ ਕੀਤੇ ਜਾਣ ਨਾਲ ਏਅਰ ਟਰੈਵਲ ਇੰਡਸਟਰੀ ਤੇ ਬੁਰਾ ਅਸਰ ਪੈਣ ਦਾ ਡਰ ਹੈ ਜੋ ਕੋਰੋਨਾ ਦੇ ਸਾਏ ਤੋਂ ਉਭਰਨ ਦਾ ਯਤਨ ਕਰ ਰਹੀ ਹੈ। ਉਧਰ ਅਮਰੀਕਾ ਨੇ ਕੈਨੇਡਾ ਸਮੇਤ ਹਰ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ 24 ਘੰਟੇ ਪਹਿਲਾਂ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੁਕੰਮਲ ਤਾਲਾਬੰਦੀ ਲਗਾਉਣ ਨਾਲੋਂ ਸਖਤ ਸ਼ਰਤਾਂ ਲਾਗੂ ਕਰਨਾ ਬਿਹਤਰ ਬਦਲ ਹੈ। ਸਾਊਥ ਅਫਰੀਕਾ ਤੋਂ ਕੈਨੇਡਾ ਪਰਤਣ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਮਿਊਨੀਕੇਸ਼ਨ ਦੀ ਘਾਟ ਕਾਰਨ ਉਹ ਪਰੇਸ਼ਾਨ ਨੇ ਤੇ ਉਹ ਟੈਸਟਿੰਗ ਵਾਲੀਆਂ ਸ਼ਰਤਾਂ ਕਾਰਨ ਕਈਆਂ ਦਾ ਟ੍ਰਿਪ ਅਸੰਭਵ ਹੋ ਗਿਆ।
ਆਸਟ੍ਰੇਲੀਆ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਆਸਟ੍ਰੇਲੀਆ ਦੀ ਕੰਤਾਸ ਏਅਰਵੇਜ਼ ਨੇ ਸੋਮਵਾਰ ਨੂੰ ਕਰੀਬ 10 ਸਾਲਾਂ ਬਾਅਦ ਭਾਰਤ ਲਈ ਵਪਾਰਕ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ। ਸਿਡਨੀ ਹਵਾਈ ਅੱਡੇ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ। ਟਵੀਟ ਵਿੱਚ ਕਿਹਾ ਗਿਆ ਹੈ ਕਿ ਅੱਜ ਲਗਭਗ ਇੱਕ ਦਹਾਕੇ ਵਿੱਚ ਕੁਆਂਤਾਸ ਦੀ ਆਸਟ੍ਰੇਲੀਆ ਤੋਂ ਭਾਰਤ ਦੀ ਪਹਿਲੀ ਵਪਾਰਕ ਉਡਾਣ ਹੈ। ਪਹਿਲੀ ਫਲਾਈਟ ਸਿਡਨੀ 에ਅਰਪੋਰਟ ਤੋਂ ਰਵਾਨਾ ਹੋਈ ਅਤੇ ਐਡੀਲੇਡ ਵਿੱਚ ਰੁਕਣ ਤੋਂ ਬਾਅਦ ਦਿੱਲੀ ਵਿੱਚ ਉਤਰੀ। ਇਸ ਦੌਰਾਨ ਰਾਸ਼ਟਰੀ ਏਅਰਲਾਈਨ ਸਿਡਨੀ ਤੋਂ ਦਿੱਲੀ ਲਈ ਹਫ਼ਤਾਵਾਰੀ 3 ਵਾਪਸੀ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਜਨਵਰੀ 2022 ਵਿੱਚ ਸੰਖਿਆ ਵਧਣ ਦੀ ਉਮੀਦ ਹੈ। ਸਿਡਨੀ 에ਅਰਪੋਰਟ ਨੇ ਟਵੀਟ ਵਿੱਚ ਕਿਹਾ, ਰਾਸ਼ਟਰੀ ਏਅਰਲਾਈਨ ਸਿਡਨੀ ਤੋਂ ਦਿੱਲੀ ਲਈ ਹਫ਼ਤੇ ਵਿੱਚ 3 ਵਾਪਸੀ ਉਡਾਣਾਂ ਚਲਾ ਰਹੀ ਹੈ, ਜੋ ਜਨਵਰੀ 2022 ਵਿੱਚ ਵਧੇਗੀ। ਕੰਤਾਸ ਦੀ ਵੈਬਸਾਈਟ ਨੇ ਕਿਹਾ ਕਿ ਅਸਲ ਵਿੱਚ ਕੁਈਨਜ਼ਲੈਂਡ ਅਤੇ ਉੱਤਰੀ ਖੇਤਰੀ ਏਅਰਲਾਈਨ ਸਰਵਿਸਿਜ਼ ਲਿਮਟਿਡ ਦੇ ਰੂਪ ਵਿੱਚ ਰਜਿਸਟਰਡ ਕੰਤਾਸ ਇੱਕ ਪ੍ਰਮੁੱਖ ਲੰਬੀ ਦੂਰੀ ਦੀ ਏਅਰਲਾਈਨ ਹੈ। ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਦਹਿਸ਼ਤ ਦੇ ਵਿਚਾਲੇ ਇੱਕ ਚੰਗੀ ਖਬਰ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਚੀਫ ਮੈਡੀਕਲ ਐਡਵਾਈਜ਼ਰ ਡਾਕਟਰ ਫੌਚੀ ਦਾ ਕਹਿਣਾ ਹੈ ਕਿ ਨਵਾਂ ਵੈਰੀਐਂਟ ਓਮਿਕਰੌਨ ਦੂਜੀ ਲਹਿਰ ਵਿੱਚ ਤਬਾਹੀ ਮਚਾਉਣ ਵਾਲੇ ਡੈਲਟਾ ਵੈਰੀਐਂਟ ਤੋਂ ਘੱਟ ਖਤਰਨਾਕ ਹੈ। ਸ਼ੁਰੂਆਤੀ ਵਿਗਿਆਨਕ ਅਧਿਐਨ ਇਹੀ ਦੱਸਦੇ ਨੇ। ਦੱਖਣੀ ਅਫਰੀਕਾ ਵਿੱਚ ਓਮਿਕਰੌਨ ਤੇਜ਼ੀ ਨਾਲ ਫੈਲਿਆ, ਪਰ ਉੱਥੇ ਪੀੜਤ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣ ਦੀ ਜ਼ਰੂਰਤ ਘੱਟ ਹੀ ਪਈ। ਹਸਪਤਾਲਾਂ ਵਿੱਚ ਭਿਆਨਕ ਹਾਲਾਤ ਨਹੀਂ ਬਣੇ। ਉਹਨਾਂ ਨੇ ਦੱਸਿਆ ਕਿ ਬਾਈਡਨ ਪ੍ਰਸ਼ਾਸਨ ਅਫਰੀਕੀ ਦੇਸ਼ਾਂ ਤੇ ਲਗਾਈਆਂ ਟਰੈਵਲ ਬੈਨ ਵੀ ਜਲਦ ਹਟਾਉਣ ਤੇ ਵਿਚਾਰ ਕਰ ਰਿਹਾ ਹੈ। ਵਾਇਰਸ ਦੀ ਸਥਿਤੀ ਨੂੰ ਦੇਖ ਕੇ ਹੀ ਆਖਰੀ ਫੈਸਲਾ ਲਿਆ ਜਾਏਗਾ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਸੋਮਵਾਰ ਨੂੰ 2 ਨਵੇਂ ਓਮਿਕਰੌਨ ਕੇਸ ਮਿਲਣ ਤੋਂ ਬਾਅਦ ਭਾਰਤ ਵਿੱਚ ਇਹਨਾਂ ਦਾ ਕੁੱਲ ਅੰਕੜਾ 23 ਹੋ ਗਿਆ। ਇਹਨਾਂ ਵਿੱਚ 10 ਮਹਾਰਾਸ਼ਟਰ ਦੇ ਹਨ। ਨਵੇਂ ਦੋਵੇਂ ਕੇਸ ਮੁੰਬਈ ਦੇ ਨੇ। ਦੋਵਾਂ ਨੂੰ ਫਾਈਜ਼ਰ ਦੀ ਵੈਕਸੀਨ ਲੱਗੀ ਹੈ। ਕਰਨਾਟਕ ਦੇ ਚਿੰਕਮੰਗਲੁਰੂ ਦੇ ਸਕੂਲ ਵਿੱਚ ਪੀੜਤਾਂ ਦਾ ਅੰਕੜਾ ਵੱਧ ਕੇ 101 ਹੋ ਗਿਆ ਹੈ। ਇਹਨਾਂ ਵਿੱਚ 90 ਬੱਚੇ ਤੇ ਬਾਕੀ ਸਟਾਫ ਹੈ। ਓਮਿਕਰੌਨ ਹਵਾ ਰਾਹੀਂ ਇੱਕ ਦੂਜੇ ਵਿੱਚ ਫੈਲ ਸਕਦਾ ਹੈ। ਨਵੀਂ ਸਟੱਡੀ ਮੁਤਾਬਕ ਹਾਂਗਕਾਂਗ ਦੇ ਹੋਟਲ ਵਿੱਚ 2 ਯਾਤਰੀ ਆਮੋ ਸਾਹਮਣੇ ਕਮਰੇ ਵਿੱਚ ਰੁਕੇ ਸੀ। ਦੋਵਾਂ ਨੂੰ ਵੈਕਸੀਨ ਲੱਗੀ ਸੀ। ਸੀਸੀਟੀਵੀ ਫੁਟੇਜ ਦੱਸਦੀ ਹੈ ਕਿ ਦੋਵੇਂ ਕਮਰੇ ਤੋਂ ਬਾਹਰ ਨਹੀਂ ਨਿਕਲੇ। ਫਿਰ ਵੀ ਇੱਕ ਯਾਤਰੀ 13 ਤੇ ਦੂਜਾ 17 ਨਵੰਬਰ ਨੂੰ ਓਮਿਕਰੌਨ ਪੋਜ਼ਿਟਿਵ ਮਿਲਿਆ। ਲੱਗਦਾ ਹੈ ਜਦੋਂ ਰੋਟੀ ਲੈਣ ਲਈ ਉਹਨਾਂ ਨੂੰ ਗੇਟ ਖੋਲ੍ਹਦੇ ਤਾਂ ਇਸ ਦੀ ਲਪੇਟ ਵਿੱਚ ਆ ਗਏ। ਰਾਜਸਥਾਨ ਵਿੱਚ ਓਮਿਕਰੌਨ ਦੇ 9 ਕੇਸ ਮਿਲ ਚੁੱਕੇ ਨੇ। ਫਿਰ ਵੀ ਗਹਿਲੋਤ ਸਰਕਾਰ ਇਸ ਨੂੰ ਗੰਭੀਰ ਨਹੀਂ ਮੰਨਦੀ। ਸੋਮਵਾਰ ਨੂੰ ਰਾਜਸਥਾਨ ਸਰਕਾਰ ਨੇ ਹਾਈਕੋਰਟ ਵਿੱਚ ਕਿਹਾ ਹੈ ਕਿ ਓਮਿਕਰੌਨ ਜ਼ਿਆਦਾ ਖਤਰਨਾਕ ਨਹੀਂ ਹੈ ਅਤੇ 12 ਦਸੰਬਰ ਨੂੰ ਮਹਿੰਗਾਈ ਦੇ ਖਿਲਾਫ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸਿਰਫ ਪਬਲਿਸਿਟੀ ਸਟੰਟ ਹੈ, ਇਸ ਲਈ ਇਸ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ। ਵੈਨਕੂਵਰ ਪੁਲਿਸ ਨੇ ਡਾਊਨਟਾਊਨ ਦੇ ਦੁਕਾਨਦਾਰਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਲਗਾਤਾਰ 1 ਮਹੀਨਾ ਚਲਾਈ ਮੁਹਿੰਮ ਦੌਰਾਨ ਕਥਿਤ ਤੌਰ ਤੇ 195 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕੋਲ $75,000 ਦਾ ਕੀਮਤੀ ਸਮਾਨ ਤੇ 35 ਹਥਿਆਰ ਬਰਾਮਦ ਕੀਤੇ ਨੇ। ਮੁਹਿੰਮ ਦੌਰਾਨ 323 ਘਟਨਾਵਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 23 ਘਟਨਾਵਾਂ ਵਿੱਚ ਅਜਿਹੇ ਚੋਰਾਂ ਵੱਲੋਂ ਹਥਿਆਰ ਵੀ ਵਰਤੇ ਗਏ ਸਨ। ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਕਿ ਅਜਿਹੀਆਂ ਚੋਰੀਆਂ ਸੰਬੰਧੀ ਕਾਰੋਬਾਰੀ ਮਾਲਕਾਂ ਅਤੇ ਉਹਨਾਂ ਦੇ ਸਟਾਫ ਦੀਆਂ ਸ਼ਿਕਾਇਤਾਂ ਸਨ ਕਿ ਉਹਨਾਂ ਨੂੰ ਅਕਸਰ ਹਿੰਸਕ ਚੋਰਾਂ ਨਾਲ ਜੂਝਣਾ ਪੈ ਰਿਹਾ। ਵੈਨਕੂਵਰ ਪੁਲਿਸ ਨੇ ਆਪਣੇ ਕੁਝ ਅਫਸਰਾਂ ਨੂੰ ਅਜਿਹੇ ਚੋਰ ਬਿਰਤੀ ਵਾਲੇ ਅਨਸਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਫੜਨ ਲਈ ਡਾਊਨਟਾਊਨ ਕੋਰ ਵਿੱਚ ਪ੍ਰਚੂਨ ਸਟਾਫ ਨਾਲ ਮਿਲ ਕੇ ਸਿੱਧੇ ਤੌਰ ਤੇ ਕਾਰਜ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ਦੇ ਨਤੀਜੇ ਜਾਰੀ ਕਰਦਿਆਂ ਪੁਲਿਸ ਨੇ ਚਿੰਤਾ ਤੇ ਪਰੇਸ਼ਾਨੀ ਵੀ ਜ਼ਾਹਿਰ ਕੀਤੀ ਹੈ ਕਿ ਇਹਨਾਂ ਕਥਿਤ ਚੋਰਾਂ ਵਿੱਚੋਂ ਬਹੁਤ ਸਾਰੇ ਜਟਿਲ ਸਮਾਜਿਕ ਲੋੜਾਂ ਜਿਵੇਂ ਕਿ ਨਸ਼ਾਖੋਰੀ, ਗਰੀਬੀ ਅਤੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਨੇ ਅਤੇ ਛੋਟੇ-ਛੋਟੇ ਅਪਰਾਧਾਂ ਲਈ ਉਹਨਾਂ ਨੂੰ ਬਾਰ-ਬਾਰ ਗ੍ਰਿਫਤਾਰ ਕੀਤਾ ਜਾਂਦਾ ਹੈ। ਪੁਲਿਸ ਅਨੁਸਾਰ ਮਹੀਨਾ ਭਰ ਚੱਲੀ ਮੁਹਿੰਮ ਦੌਰਾਨ ਗ੍ਰਿਫਤਾਰ ਕੀਤੇ ਗਏ 60% ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਕੋਲ ਸੌਣ ਲਈ ਪੱਕਾ ਠਿਕਾਣਾ ਨਹੀਂ ਹੈ ਅਤੇ ਕਈਆਂ ਨੇ ਦੱਸਿਆ ਕਿ ਉਹ ਚੋਰੀ ਕੀਤੇ ਸਮਾਨ ਨੂੰ ਆਨਲਾਈਨ ਜਾਂ ਡਾਊਨਟਾਊਨ ਈਸਟ ਸਾਈਡ ਵਿੱਚ ਵੇਚਣਾ ਚਾਹੁੰਦੇ ਸਨ। ਅਮਰੀਕਾ ਵਿੱਚ ਮੌਜੂਦ ਪਾਕਿਸਤਾਨ ਐਮਬੈਸੀ ਦੇ ਕੁਝ ਸਟਾਫ ਮੈਂਬਰਾਂ ਨੂੰ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਇਹਨਾਂ ਵਿੱਚੋਂ ਕੁਝ ਕਰਮਚਾਰੀਆਂ ਨੇ ਨਾਰਾਜ਼ ਹੋ ਕੇ ਨੌਕਰੀ ਛੱਡ ਦਿੱਤੀ ਹੈ। 2 ਦਿਨ ਪਹਿਲਾਂ ਸਰਬੀਆ ਵਿੱਚ ਮੌਜੂਦ ਸਟਾਫ ਵੱਲੋਂ ਵੀ ਅਜਿਹੀ ਹੀ ਸ਼ਿਕਾਇਤ ਸਾਹਮਣੇ ਆਈ ਸੀ। ਐਮਬੈਸੀ ਨੇ ਉੱਥੇ ਆਪਣੇ ਟਵਿੱਟਰ ਹੈਂਡਲ ਤੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਇਮਰਾਨ ਸਰਕਾਰ ਤੇ ਤੰਜ ਕੱਸਿਆ ਸੀ। ਕਤਰ ਤੋਂ ਵੀ ਅਜਿਹੀਆਂ ਹੀ ਗੱਲਾਂ ਸਾਹਮਣੇ ਆ ਰਹੀਆਂ ਨੇ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪਾਕਿਸਤਾਨ ਦੇ ਅਖਬਾਰ ਨਿਊਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਪਾਕਿਸਤਾਨੀ ਐਮਬੈਸੀ ਦੇ ਕੋਲ ਫੰਡ ਖਤਮ ਹੋ ਚੁੱਕੇ ਨੇ। ਹਾਲਾਂਕਿ ਪਾਕਿਸਤਾਨੀ ਦੂਤਘਰ ਦੇ ਅਧਿਕਾਰੀ ਇਹਨਾਂ ਖਬਰਾਂ ਸੰਬੰਧੀ ਸਵਾਲਾਂ ਤੋਂ ਬਚਦੇ ਨਜ਼ਰ ਆਏ। ਖਬਰਾਂ ਮੁਤਾਬਕ ਦੂਤਘਰ 'ਚ ਰੱਖੇ ਗਏ ਸਥਾਨਕ ਮੁਲਾਜ਼ਮਾਂ ਨੂੰ ਇਸ ਸਾਲ ਅਗਸਤ ਤੋਂ ਤਨਖਾਹ ਤਾਂ ਨਹੀਂ ਮਿਲੀ ਜਾਂ ਸਮੇਂ ਤੇ ਨਹੀਂ ਮਿਲ ਰਹੀ। ਦੂਤਘਰ ਵਿੱਚ 10 ਸਾਲ ਤੋਂ ਕੰਮ ਕਰ ਰਹੇ ਇੱਕ ਮੁਲਾਜ਼ਮ ਨੇ
ਤਾਂ ਤਨਖਾਹ ਨਾ ਮਿਲਣ ਕਾਰਨ ਸਤੰਬਰ 'ਚ ਅਸਤੀਫਾ ਦੇ ਦਿੱਤਾ। ਇਹਨਾਂ ਸਥਾਨਕ ਲੋਕਾਂ ਨੂੰ 2000 ਤੋਂ $2500 ਪ੍ਰਤੀ ਮਹੀਨਾ ਦੀ ਤਨਖਾਹ ਤੇ ਠੇਕੇ ਤੇ ਰੱਖਿਆ ਗਿਆ ਹੈ। ਇਹਨਾਂ ਮੁਲਾਜ਼ਮਾਂ ਨੂੰ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦੇ ਬਰਾਬਰ ਸਹੂਲਤਾਂ ਨਹੀਂ ਮਿਲਦੀਆਂ। ਇਹਨਾਂ ਮੁਲਾਜ਼ਮਾਂ ਨੂੰ ਵੀਜ਼ਾ, ਪਾਸਪੋਰਟ ਤੇ ਹੋਰ ਸੇਵਾਵਾਂ 'ਚ ਮਦਦ ਕਰਨ ਲਈ ਰੱਖਿਆ ਗਿਆ। ਸੂਤਰਾਂ ਮੁਤਾਬਕ ਇਹਨਾਂ ਮੁਲਾਜ਼ਮਾਂ ਨੂੰ ਪਾਕਿਸਤਾਨ ਕਮਿਊਨਿਟੀ ਵੈਲਫੇਅਰ ਫੰਡ ਤੋਂ ਤਨਖਾਹ ਮਿਲਦੀ ਹੈ। ਜਾਣਕਾਰ ਸੂਤਰਾਂ ਮੁਤਾਬਕ ਕੋਰੋਨਾ ਸੰਕਟ ਕਾਰਨ ਇਸ ਫੰਡ ਦੀ ਵਰਤੋਂ ਵੈਂਟੀਲੇਟਰ ਤੇ ਹੋਰ ਸਾਜ਼ੋ ਸਮਾਨ ਖਰੀਦਣ 'ਚ ਹੋਈ। ਇਸ ਕਾਰਨ ਇਹ ਫੰਡ 'ਚ ਅਮਰੀਕਾ ਦੇ 16 ਸੂਬਿਆਂ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮਿਕਰੌਨ ਪੈਰ ਪਸਾਰ ਚੁੱਕਾ ਹੈ। ਵਾਧੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਅਤੇ ਬੂਸਟਰ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ 'ਚ ਲਗਭਗ 66% ਦਾ ਵਾਧਾ ਦਰਜ ਕੀਤਾ ਗਿਆ। ਅਮਰੀਕਾ ਦੇ CDC ਦੇ ਅਨੁਸਾਰ ਇੱਕ ਮਹੀਨੇ ਦੇ ਦੌਰਾਨ ਪ੍ਰਤੀ ਦਿਨ ਲਗਭਗ 9 ਲੱਖ ਵੈਕਸੀਨ ਦੀ ਮੰਗ ਆ ਰਹੀ ਹੈ, ਲੇਕਿਨ ਅਮਰੀਕਾ ਨੂੰ ਇੱਕ ਹੋਰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਵੈਕਸੀਨੇਸ਼ਨ ਪ੍ਰੋਗਰਾਮ ਦੇ ਸੰਚਾਲਨ ਦੇ ਲਈ ਵਰਕਫੋਰਸ ਦੀ ਬੇਹੱਦ ਕਮੀ ਹੈ। ਅਜਿਹੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਲਈ ਬੁਕਿੰਗ ਸਲਾਟ ਹੀ ਨਹੀਂ ਹਨ। ਜਿਹੜੇ ਲੋਕਾਂ ਨੂੰ ਸਲਾਟ ਮਿਲ ਰਹੇ ਨੇ ਉਹਨਾਂ ਦੀ ਵੀ ਲੰਬੀ ਵੇਟਿੰਗ ਲਿਸਟ ਹੈ। ਅਮਰੀਕਨ ਫਾਰਮਾਸਿਸਟ ਐਸੋਸੀਏਸ਼ਨ ਮੁਖੀ ਮਾਈਕਲ ਦਾ ਕਹਿਣਾ ਹੈ ਕਿ ਲੋਕ ਵੈਕਸੀਨੇਸ਼ਨ ਸੈਂਟਰਾਂ ਵਿੱਚ ਕਤਾਰ 'ਚ ਲਗਾ ਰਹੇ ਨੇ, ਲੇਕਿਨ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਸੀਮਤ ਸਰੋਤ ਨੇ। ਵਰਕਫੋਰਸ ਦੀ ਕਮੀ ਦੇ ਚਲਦਿਆਂ ਲੋਕਾਂ ਨੂੰ ਅਜੇ ਆਉਣ ਜਾਣ ਵਾਲੇ ਸਮੇਂ ਵਿੱਚ ਵੈਕਸੀਨ ਦੇ ਲਈ ਹੋਰ ਉਡੀਕ ਕਰਨੀ ਪਏਗੀ। ਅਮਰੀਕਾ ਵਿੱਚ ਸਾਹਮਣੇ ਆਏ ਓਮਿਕਰੌਨ ਦੇ ਕੇਸ ਜ਼ਿਆਦਾਤਰ ਦੱਖਣੀ ਅਫਰੀਕਾ ਤੋਂ ਆਏ ਲੋਕਾਂ ਵਿੱਚ ਪਾਏ ਗਏ ਨੇ। ਬਰਤਾਨੀਆ ਵਿੱਚ ਓਮਿਕਰੌਨ ਦੇ 246 ਕੇਸ ਹੋ ਗਏ ਨੇ। ਬੀਤੇ 24 ਘੰਟਿਆਂ ਵਿੱਚ 43,992 ਨਵੇਂ ਕੇਸ ਆਏ ਨੇ। ਬਰਤਾਨੀਆ ਦੇ ਰਾਇਲ ਮੈਡੀਕਲ ਕਾਲਜ ਦੀ ਡਾਕਟਰ ਕੈਥਰੀਨ ਨੇ ਖਦਸ਼ਾ ਜਤਾਇਆ ਹੈ ਕਿ ਸਰਦੀਆਂ ਵਧਣ ਦੇ ਨਾਲ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਸਰਕਾਰ ਪਾਬੰਦੀਆਂ ਨੂੰ ਹੋਰ ਵਧਾਏ। ਨਵੇਂ ਕੋਰੋਨਾ ਵੈਰੀਐਂਟ ਓਮਿਕਰੌਨ ਤੇ ਅਮਰੀਕਾ ਤੇ ਬਰਤਾਨੀਆ ਵਿੱਚ ਵਿਗਿਆਨੀਆਂ ਨੇ ਤੇਜ਼ੀ ਨਾਲ ਸੋਧ ਸ਼ੁਰੂ ਕਰ ਦਿੱਤੀ ਹੈ। ਵਿਗਿਆਨੀਆਂ ਦਾ ਪਹਿਲਾ ਟੀਚਾ ਵੈਕਸੀਨ ਦੇ ਇਸ ਵੈਰੀਐਂਟ ਤੋਂ ਬਚਾਅ ਸਮਰੱਥਾ ਦਾ ਆਕਲਨ ਕਰਨਾ ਹੈ। ਨਾਲ ਹੀ ਨਵੇਂ ਵੈਰੀਐਂਟ ਤੇ ਬੂਸਟਰ ਦੀ ਸਮਰੱਥਾ ਤੇ ਵੀ ਸੋਧ ਹੋ ਰਿਹਾ ਹੈ। ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਚੀਨ ਵਿੱਚ 2022 ਦੀਆਂ ਵਿੰਟਰ 올림픽 ਖੇਡਾਂ ਦਾ ਕੂਟਨੀਤਿਕ ਬਾਈਕਾਟ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਦੱਸਿਆ ਕਿ ਬਾਈਡਨ ਪ੍ਰਸ਼ਾਸਨ ਨੇ ਬੀਜਿੰਗ 'ਚ ਹੋਣ ਵਾਲੀਆਂ ਵਿੰਟਰ 올림픽 ਅਤੇ ਪੈਰਾ 올림픽 ਖੇਡਾਂ 'ਚ ਆਪਣੇ ਕਿਸੇ ਵੀ ਅਧਿਕਾਰਤ ਜਾਂ ਕੂਟਨੀਤਿਕ ਵਫਦ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਚੀਨ ਦੁਆਰਾ ਸ਼ਿਨਜਿਆਂਗ ਸੂਬੇ ਅਤੇ ਦੇਸ਼ ਵਿੱਚ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ ਅਤੇ ਅਮਰੀਕਾ ਨੇ ਇਸ ਦਾ ਵਿਰੋਧ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ 2 ਮਹੀਨਿਆਂ ਬਾਅਦ ਸਰਦ ਰੁੱਤ 올림픽 ਸ਼ੁਰੂ ਹੋਣ ਜਾ ਰਹੇ ਨੇ। ਅਮਰੀਕਾ ਨੇ ਇਹ ਐਲਾਨ ਫਰਵਰੀ 2022 ਵਿੱਚ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਹੈ। ਵੈਸੇ ਅਮਰੀਕਾ ਵੱਲੋਂ ਅਜਿਹਾ ਕੋਈ ਫੈਸਲਾ ਲਏ ਜਾਣ ਦੀ ਸੰਭਾਵਨਾ ਕਾਫੀ ਪਹਿਲਾਂ ਤੋਂ ਲਗਾਈ ਜਾ ਰਹੀ ਸੀ। ਹਾਲਾਂਕਿ ਅਮਰੀਕੀ ਖਿਡਾਰੀਆਂ ਦੇ ਸਰਦ ਰੁੱਤ 올림픽 'ਚ ਹਿੱਸਾ ਲੈਣ ਦੀ ਉਮੀਦ ਹੈ। ਬਾਈਡਨ ਪ੍ਰਸ਼ਾਸਨ ਆਪਣੇ ਸਿਰਫ ਇੱਕ ਕੂਟਨੀਤਿਕ ਪ੍ਰਤੀਨਿਧੀ ਨੂੰ ਬੀਜਿੰਗ ਨਹੀਂ ਭੇਜੇਗਾ। ਕੋਵਿਡ-19 ਟੀਕਾਕਰਨ ਰਿਕਾਰਡ ਅਧਿਕਾਰੀਆਂ ਨੇ ਕੋਲੰਬੀਆ, ਸਾਊਥ ਕੈਰੋਲੀਨਾ ਨਰਸਿੰਗ ਡਾਇਰੈਕਟਰ ਤੇ ਜ਼ਾਲੀ ਕੋਵਿਡ-19 ਟੀਕਾਕਰਨ ਕਾਰਡ ਬਣਾਉਣ ਦਾ ਦੋਸ਼ ਲਗਾਇਆ। ਇਹ ਰਾਜ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਅਪਰਾਧਿਕ ਮਾਮਲਾ ਹੈ। ਬੀਤੇ ਸ਼ੁੱਕਰਵਾਰ ਨੂੰ ਦੱਖਣੀ ਕੈਰੋਲੀਨਾ ਦੇ US ਅਟਾਰਨੀ ਦੇ ਦਫ਼ਤਰ ਤੋਂ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਕਾਰਜਕਾਰੀ ਸੰਯੁਕਤ ਰਾਸ਼ਟਰ ਦੇ ਅਟਾਰਨੀ ਐਮ ਰੇਹਟ ਡੀ ਹਾਰਟ ਨੇ ਘੋਸ਼ਣਾ ਕੀਤੀ ਕਿ 53 ਸਾਲਾ ਟੈਮੀ ਮੈਕਡੋਨਲਡ ਇੱਕ ਹੁਨਰਮੰਦ ਨਰਸਿੰਗ ਅਤੇ ਮੁੜ ਸੇਵਾ ਕੇਂਦਰ ਵਿੱਚ ਨਰਸਿੰਗ ਸੇਵਾਵਾਂ ਦੇ ਨਿਰਦੇਸ਼ਕ ਨੇ। ਧੋਖਾਧੜੀ ਵਾਲੇ ਕੋਵਿਡ-19 ਟੀਕਾਕਰਨ ਕਾਰਡ ਬਣਾਉਣ ਦੀਆਂ 2 ਗਿਣਤੀਆਂ ਤੇ ਰਿਕਾਰਡ ਬਣਾਉਣ ਵਿੱਚ ਉਸਦੀ ਭੂਮਿਕਾ ਬਾਰੇ ਸੰਘੀ ਜਾਂਚਕਰਤਾਵਾਂ ਨੂੰ ਝੂਠ ਬੋਲਣ ਦੇ ਇੱਕ ਦੋਸ਼ ਹੈ। ਸਾਬਕਾ ਨਰਸਿੰਗ ਡਾਇਰੈਕਟਰ ਨੇ 3 ਦੋਸ਼ਾਂ ਲਈ ਦੋਸ਼ੀ ਨਹੀਂ ਮੰਨਿਆ ਅਤੇ ਉਸਨੂੰ $10,000 ਦਾ ਬੌਂਡ ਦਿੱਤਾ ਗਿਆ। ਉਸਨੂੰ ਧੋਖਾਧੜੀ ਵਾਲੇ ਕੋਵਿਡ-19 ਟੀਕਾਕਰਨ ਕਾਰਡ ਬਣਾਉਣ ਦੀ ਹਰੇਕ ਗਿਣਤੀ ਲਈ 15 ਸਾਲ ਅਤੇ ਕਾਨੂੰਨ ਲਾਗੂ ਕਰਨ ਲਈ ਝੂਠ ਬੋਲਣ ਲਈ 5 ਸਾਲ ਤੱਕ ਦੀ ਕੈਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨਾਸਾ ਨੇ ਸੋਮਵਾਰ ਨੂੰ 10 ਨਵੇਂ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚੋਂ ਅੱਧੇ ਫੌਜੀ ਪਾਇਲਟ। ਪੁਲਾੜ ਏਜੰਸੀ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੇ ਹਿਊਸਟਨ ਵਿੱਚ ਇੱਕ ਸਮਾਰੋਹ ਦੌਰਾਨ 6 ਪੁਰਸ਼ਾਂ ਅਤੇ 4 ਔਰਤਾਂ ਬਾਰੇ ਜਾਣ ਪਛਾਣ ਕਰਵਾਈ। ਹਿਊਸਟਨ ਮਿਸ਼ਨ ਕੰਟਰੋਲ ਅਤੇ ਪੁਲਾੜ ਯਾਤਰੀ ਕੌਰ ਦਾ ਕੇਂਦਰ ਹੈ। ਇਸ ਲਈ 12,000 ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਸੀ। ਚੁਣੇ ਗਏ 10 ਲੋਕਾਂ ਦੀ ਉਮਰ 30 ਤੋਂ 40 ਸਾਲ ਦੇ ਵਿਚਕਾਰ ਹੈ, ਜਿਨ੍ਹਾਂ ਨੂੰ ਸਪੇਸ ਫਲਾਈਟ ਦਾ ਯਾਤਰਾ ਕਰਨ ਦੇ ਯੋਗ ਬਣਾਉਣ ਲਈ ਪਹਿਲਾਂ 2 ਸਾਲ ਸਿਖਲਾਈ ਦਿੱਤੀ ਜਾਏਗੀ। ਇਹਨਾਂ 10 ਲੋਕਾਂ ਵਿੱਚ ਲੜਾਕੂ ਅਤੇ ਟੈਸਟ ਪਾਇਲਟਾਂ ਤੋਂ ਇਲਾਵਾ ਮੈਡੀਕਲ ਭੌਤਿਕ ਵਿਗਿਆਨੀ, ਡ੍ਰਿਲਿੰਗ ਮਾਹਰ, ਸਮੁੰਦਰੀ ਰੋਬੋਟਿਸਟ, ਸਪੇਸਐਕਸ ਫਲਾਈਟ ਸਰਜਨ ਅਤੇ ਬਾਇਓ ਇੰਜੀਨੀਅਰ ਸ਼ਾਮਲ ਹਨ, ਜੋ ਇੱਕ ਚੈਂਪੀਅਨ ਸਾਈਕਲਿਸਟ ਵੀ ਰਹੇ ਨੇ। ਸੰਯੁਕਤ ਅਰਬ ਅਮੀਰਾਤ ਦੇ 2 ਪੁਲਾੜ ਯਾਤਰੀ ਉਸ ਨਾਲ ਸਿਖਲਾਈ ਲੈਣਗੇ। 1959 ਵਿੱਚ ਮਰਕਰੀ ਸੇਬਨ ਤੋਂ ਲੈ ਕੇ ਨਾਸਾ ਨੇ 360 ਲੋਕਾਂ ਨੂੰ ਆਪਣੀ ਪੁਲਾੜ ਯਾਤਰੀ ਕੌਰ ਵਿੱਚ ਸ਼ਾਮਲ ਕੀਤਾ ਹੈ।
ਆਖਰੀ ਵਾਰ 2017 ਵਿੱਚ ਇੱਕ ਪੁਲਾੜ ਯਾਤਰੀ ਚੁਣਿਆ ਗਿਆ। ਬਰਤਾਨਵੀ ਫੌਜ ਅਧਿਕਾਰੀ ਜੈ ਸਿੰਘ ਸੋਹਲ ਨੂੰ VRSM ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੀਆਂ ਬਰਤਾਨਵੀ ਫੌਜ ਲਈ ਇੱਕ ਦਹਾਕੇ ਤੋਂ ਕੀਤੀਆਂ ਸੇਵਾਵਾਂ ਲਈ ਦਿੱਤਾ ਗਿਆ। ਹੁਣ ਸਰਦਾਰ ਸੋਹਲ ਕੋਲ ਆਪਣੇ ਨਾਂ ਨਾਲ VR ਰੱਖਣ ਦਾ ਅਧਿਕਾਰ ਹੋਏਗਾ। ਜੈ ਸਿੰਘ 2019 ਚ ਸਟ੍ਰਾਬ੍ਰਿਜ ਵਿੱਚ 55 ਮਿਲਟਰੀ ਇੰਟੈਲੀਜੈਂਸ ਵਿੱਚ ਸ਼ਾਮਲ ਹੋਏ ਸੀ ਅਤੇ ਉਹਨਾਂ ਨੇ ਆਪਣੇ ਰਿਜ਼ਰਵਿਸਟ ਕੈਰੀਅਰ ਦੌਰਾਨ ISIS ਵਿਰੁੱਧ ਭਾਰਤ, ਦੱਖਣੀ ਕੋਰੀਆ, ਕਾਜ਼ਖਸਤਾਨ, ਇਟਲੀ ਅਤੇ ਜਰਮਨੀ ਸਮੇਤ ਦੇਸ਼ਾਂ 'ਚ ਕੰਮ ਕੀਤਾ। 2020 ਵਿੱਚ ਕੋਵਿਡ ਐਮਰਜੈਂਸੀ ਦੌਰਾਨ ਉਹਨਾਂ ਓਪ ਰਿਸਕ੍ਰਿਪਟ ਦੌਰਾਨ ਫੌਜ ਲਈ ਸਵੈ ਇੱਛਤ ਕੰਮ ਕੀਤਾ। ਇਸ ਸਾਲ ਦੇ ਨੋਬਲ ਪੁਰਸਕਾਰਾਂ ਦੇ ਜੇਤੂਆਂ ਨੂੰ ਸੋਮਵਾਰ ਤੋਂ ਅਲੱਗ-ਅਲੱਗ ਦੇਸ਼ਾਂ ਵਿੱਚ ਸਮਾਗਮ ਕਰਕੇ ਪੁਰਸਕਾਰ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ। ਲਗਾਤਾਰ ਦੂਸਰੇ ਸਾਲ ਕੋਰੋਨਾ ਕਾਰਨ ਸਵੀਡਨ ਤੇ ਸਟਾਕਹੋਮ ਵਿੱਚ ਰਸਾਇਣ ਵਿਗਿਆਨ, ਭੌਤਿਕ ਸਿਹਤ, ਸਾਹਿਤ ਅਤੇ ਅਰਥ ਸ਼ਾਸਤਰ ਵਿਸ਼ੇ ਦੇ ਪੁਰਸਕਾਰ ਜੇਤੂਆਂ ਲਈ ਸੀਮਤ ਪੱਧਰ ਤੇ ਰਸਮੀ ਸਮਾਗਮ ਕੀਤਾ ਗਿਆ। ਸਾਹਿਤ ਪੁਰਸਕਾਰ ਜੇਤੂ ਅਬਦੁਲ ਰਜ਼ਾਕ ਗੁਰਨਾਹਾ ਸੋਮਵਾਰ ਨੂੰ ਲੰਡਨ ਵਿੱਚ ਸਵੀਡਿਸ਼ ਰਾਜਦੂਤ ਦੇ ਨਿਵਾਸ ਤੇ ਹੋਏ ਸਮਾਗਮ 'ਚ ਪੁਰਸਕਾਰ ਪਾਉਣ ਵਾਲੇ ਪਹਿਲੇ ਵਿਅਕਤੀ ਸਨ। ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਓਮਿਕਰੌਨ ਵੇਰੀਐਂਟ ਦੇ ਖਤਰੇ ਦੇ ਮੱਦੇਨਜ਼ਰ ਸੋਮਵਾਰ ਨੂੰ ਕੁਝ ਸ਼ਰਤਾਂ ਨੂੰ ਛੱਡ ਕੇ 15 ਦੇਸ਼ਾਂ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ 13 ਹੋਰ ਦੇਸ਼ਾਂ ਵਿੱਚ ਯਾਤਰਾ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਹੈ। ਐਂਟੀ ਕੋਰੋਨਾ ਵਾਇਰਸ ਉਪਾਵਾਂ ਲਈ ਸਿਖਰ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੇ ਹਵਾਈ ਯਾਤਰਾ ਦੀ ਸ਼੍ਰੇਣੀ ਨੂੰ ਨਿਰਧਾਰਤ ਕਰਨ ਦੇ ਸੰਬੰਧ ਵਿੱਚ ਵਿਸ਼ਵ 'ਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ। NCOC ਦੇ ਇੱਕ ਬਿਆਨ ਅਨੁਸਾਰ ਬੈਠਕ ਵਿੱਚ ਵੱਖ-ਵੱਖ ਦੇਸ਼ਾਂ ਦੇ ਯਾਤਰੀਆਂ ਲਈ ਸਿਹਤ ਪ੍ਰੋਟੋਕਾਲ ਦੇ ਆਧਾਰ ਤੇ ਸੋਧੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਨੇ। ਵੱਖ-ਵੱਖ ਦੇਸ਼ਾਂ ਨੂੰ 3 ਸ਼੍ਰੇਣੀਆਂ ਵਿੱਚ A, B ਅਤੇ C ਵਿੱਚ ਰੱਖਿਆ ਗਿਆ। ਸ਼੍ਰੇਣੀ C ਵਿੱਚ 15 ਦੇਸ਼ ਸ਼ਾਮਲ ਨੇ: ਕ੍ਰੋਏਸ਼ੀਆ, ਹੰਗਰੀ, ਨੀਦਰਲੈਂਡ, ਯੂਕਰੇਨ, ਆਇਰਲੈਂਡ, ਸਲੋਵੇਨੀਆ, ਵੀਅਤਨਾਮ, ਪੋਲੈਂਡ, ਦੱਖਣੀ ਅਫਰੀਕਾ, मोजाम्बिक, लेथेसो, इस्तावानी, बोत्सवाना, जिम्बाब्वे ਅਤੇ ਨਾਮੀਬੀਆ। NCOC ਨੇ ਸ਼੍ਰੀਲੰਕਾ, ਮੈਕਸੀਕੋ, ਰੂਸ, ਅਮਰੀਕਾ, UK, ਥਾਈਲੈਂਡ, ਫਰਾਂਸ, ਆਸਟਰੀਆ, ਅਫਗਾਨਿਸਤਾਨ ਅਤੇ ਤੁਰਕੀ ਨੂੰ ਸ਼੍ਰੇਣੀ B ਵਿੱਚ ਰੱਖਿਆ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੋਣਾ ਚਾਹੀਦਾ ਹੈ। ਯਾਤਰੀਆਂ ਨੂੰ ਯਾਤਰਾ ਤੋਂ 48 ਘੰਟੇ ਪਹਿਲਾਂ ਤੱਕ ਦਾ ਨੈਗੇਟਿਵ ਰਿਪੋਰਟ ਵੀ ਜਮ੍ਹਾਂ ਕਰਵਾਉਣੀ ਹੋਏਗੀ। ਸ਼੍ਰੇਣੀ C ਅਤੇ B ਵਿੱਚ ਸ਼ਾਮਲ ਨਾ ਕੀਤੇ ਗਏ ਹੋਰ ਸਾਰੇ ਦੇਸ਼ਾਂ ਨੂੰ ਸ਼੍ਰੇਣੀ A ਵਿੱਚ ਰੱਖਿਆ ਗਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਫਗਾਨਿਸਤਾਨ ਦੀ ਮਲਾਲਾ ਯੂਸਫਜ਼ਈ ਨੇ ਦੇਸ਼ ਵਿੱਚ ਔਰਤਾਂ ਦੀ ਸਿੱਖਿਆ ਲਈ ਅਮਰੀਕਾ ਦੇ ਸਮਰਥਨ ਤੇ ਜ਼ੋਰ ਦਿੱਤਾ ਹੈ। ਮਲਾਲਾ ਨੇ ਸੋਮਵਾਰ ਨੂੰ ਇੱਥੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ ਵਿੱਚ ਕੁੜੀਆਂ ਅਤੇ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਰਥਨ ਦੇਣ ਦੀ ਵਕਾਲਤ ਕੀਤੀ। ਮਲਾਲਾ ਨੇ ਕਿਹਾ ਕਿ ਅਫਗਾਨਿਸਤਾਨ ਹੀ ਅਜਿਹਾ ਦੇਸ਼ ਹੈ ਜਿੱਥੇ ਕੁੜੀਆਂ ਦੀ ਸੈਕੰਡਰੀ ਸਿੱਖਿਆ ਤੱਕ ਪਹੁੰਚ ਨਹੀਂ ਹੈ ਅਤੇ ਉਹਨਾਂ ਨੂੰ ਸਿੱਖਣ ਦੀ ਮਨਾਹੀ ਹੈ। ਉਹਨਾਂ ਨੇ ਇੱਕ 15 ਸਾਲਾ ਅਫਗਾਨ ਕੁੜੀ ਦਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਸੰਬੋਧਿਤ ਇੱਕ ਪੱਤਰ ਬਲਿੰਕਨ ਨੂੰ ਸੌਂਪਿਆ। ਸਤੋਦਾ ਨਾਂ ਦੀ ਇਸ ਕੁੜੀ ਨੇ ਆਪਣੇ ਪੱਤਰ ਵਿੱਚ ਕਿਹਾ, ਇਹ ਫਿਲਹਾਲ ਅਫਗਾਨ ਕੁੜੀਆਂ ਦਾ ਸੁਨੇਹਾ ਹੈ। ਅਸੀਂ ਅਜਿਹਾ ਸੰਸਾਰ ਦੇਖਣਾ ਚਾਹੁੰਦੇ ਹਾਂ ਜਿੱਥੇ ਸਾਰੀਆਂ ਕੁੜੀਆਂ ਸੁਰੱਖਿਅਤ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ। ਜਦੋਂ ਤੱਕ ਇੱਥੇ ਕੁੜੀਆਂ ਲਈ ਸਕੂਲ ਹੈ ਅਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ, ਉਹਨਾਂ ਦਾ ਭਵਿੱਖ ਹਨੇਰੇ ਵਿੱਚ ਰਹੇਗਾ, ਪਰ ਅਫਗਾਨਿਸਤਾਨ ਨੂੰ ਵੀ ਨੁਕਸਾਨ ਹੋਏਗਾ। ਮਲਾਲਾ ਨੇ ਕਿਹਾ ਕਿ ਅਮਰੀਕਾ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਇਹ ਯਕੀਨੀ ਕਰਨ ਲਈ ਤੁਰੰਤ ਕਾਰਵਾਈ ਕਰੇਗਾ ਕਿ ਅਫਗਾਨਿਸਤਾਨ 'ਚ ਕੁੜੀਆਂ ਨੂੰ ਜਲਦੀ ਤੋਂ ਜਲਦੀ ਸਕੂਲ ਜਾਣ ਦੀ ਆਗਿਆ ਦਿੱਤੀ ਜਾਏ। ਬਲਿੰਕਨ ਨੇ ਮਲਾਲਾ ਨੂੰ ਦੁਨੀਆ ਭਰ ਦੀਆਂ ਕੁੜੀਆਂ ਤੇ ਔਰਤਾਂ ਲਈ ਪ੍ਰੇਰਨਾ ਦੱਸਿਆ ਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਸੈਕੰਡਰੀ ਸਕੂਲ ਸਿਰਫ ਲੜਕੀਆਂ ਲਈ ਖੋਲੇ ਗਏ ਨੇ ਤੇ ਸਿਰਫ ਮਰਦਾਂ ਨੂੰ ਪੜ੍ਹਾਉਣ ਦੀ ਹੀ ਆਗਿਆ। ਭਵਿੱਖ ਦੀਆਂ ਮਹਾਮਾਰੀਆਂ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦੀਆਂ ਨੇ। ਸਾਨੂੰ ਇਸ ਬਿਮਾਰੀ ਦੇ ਪ੍ਰਕੋਪ ਤੋਂ ਲੈ ਗਏ ਸਬਕ ਨੂੰ ਬੇਕਾਰ ਨਹੀਂ ਜਾਣ ਦੇਣਾ ਚਾਹੀਦਾ। ਦੁਨੀਆ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਲ ਹਮਲੇ ਲਈ ਤਿਆਰ ਰਹਿਣ। ਇਹ ਗੱਲ ਆਕਸਫੋਰਡ ਐਸਟਰਾਜ਼ੈਨਕਾ ਦੀ ਵੈਕਸੀਨ ਵਿਕਸਿਤ ਕਰਨ ਵਾਲੀ ਟੀਮ 'ਚ ਸ਼ਾਮਲ ਵਿਗਿਆਨੀ ਸਹਰਾ ਗਿਲਬਰਟ ਨੇ ਕਹੀ। ਜੌਨ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ 52.6 ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਹੈ। ਖਰਬਾਂ ਰੁਪਏ ਦਾ ਆਰਥਿਕ ਉਤਪਾਦਨ ਚੌਪਟ ਹੋਇਆ ਹੈ ਤੇ ਅਰਬਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਗਈ। BBC ਦੀ ਰਿਪੋਰਟ ਮੁਤਾਬਕ ਰਿਚਰਡ ਡਿਨਬੈਲਬੀ ਲੈਕਚਰ 'ਚ ਸਹਰਾ ਗਿਲਬਰਟ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਗਲਾ ਵਾਇਰਸ ਬਦਤਰ ਹੋ ਸਕਦਾ ਹੈ। ਇਸ ਜ਼ਿਆਦਾ ਆਕਸਫੋਰਡ ਯੂਨੀਵਰਸਿਟੀ ਵਿੱਚ ਵੈਕਸੀਨੋਲੋਜੀ ਦੀ ਪ੍ਰੋਫੈਸਰ ਗਿਲਬਰਟ ਨੇ ਕਿਹਾ ਕਿ ਦੁਨੀਆ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਸ ਲਈ ਬਿਹਤਰ ਤਰੀਕੇ ਨਾਲ ਤਿਆਰ ਹੋਣ। ਅਸੀਂ ਜੋ ਤਰੱਕੀ ਕੀਤੀ ਹੈ ਤੇ ਜੋ ਜਾਣਕਾਰੀ ਹਾਸਲ ਕੀਤੀ ਹੈ ਉਸ ਨੂੰ ਗੁਆਉਣਾ ਨਹੀਂ ਚਾਹੀਦਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਗੈਰ ਬਰਾਬਰ ਤੇ ਅਧੂਰੀਆਂ ਰਹੀਆਂ ਨੇ।
ਘੱਟ ਆਮਦਨ ਵਾਲੇ ਦੇਸ਼ਾਂ 'ਚ ਟੀਕੇ ਤੱਕ ਲੋਕਾਂ ਦੀ ਪਹੁੰਚ ਸੀਮਤ ਹੈ, ਜਦੋਂ ਕਿ ਅਮੀਰ ਦੇਸ਼ਾਂ ਵਿੱਚ ਸਿਹਤਮੰਦ ਤੇ ਅਮੀਰ ਲੋਕਾਂ ਨੂੰ ਬੂਸਟਰ ਵੀ ਦਿੱਤੇ ਜਾ ਰਹੇ ਨੇ। ਸਾਰਸ CoV-2 ਮਹਾਮਾਰੀ ਨਾਲ ਨਜਿੱਠਣ ਦੀ ਸਮੀਖਿਆ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਸਥਾਪਿਤ ਮਾਹਿਰਾਂ ਦੇ ਇੱਕ ਪੈਨਲ ਨੇ ਸਥਾਈ ਵਿੱਤੀ ਫੰਡਿੰਗ ਦੇ ਇੱਕ ਨਵੀਂ ਸੰਧੀ ਜ਼ਰੀਏ ਮਹਾਮਾਰੀ ਦੀ ਜਾਂਚ ਕਰਨ ਦੀ ਵੱਧ ਸਮਰੱਥਾ ਦੀ ਅਪੀਲ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੈਕਟਰ 9 ਵਿਖੇ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਉਦਘਾਟਨ ਕਰ ਦਿੱਤਾ, ਪਰ ਉਦਘਾਟਨੀ ਸਮਾਰੋਹ ਦੌਰਾਨ ਕੋਈ ਵੱਡੇ ਕੱਦ ਦਾ ਆਗੂ ਇੱਥੋਂ ਤੱਕ ਕਿ ਉਹਨਾਂ ਦੀ ਪਤਨੀ ਪਰਨੀਤ ਕੌਰ ਵੀ ਗੈਰ ਹਾਜ਼ਰ ਰਹੀ। ਵੱਡੇ ਆਗੂਆਂ ਦੀ ਗੈਰ ਹਾਜ਼ਰੀ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਦਿਓ, ਫਿਰ ਦੇਖਿਓ ਕੀ ਹੁੰਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਭਾਜਪਾ ਸੁਖਦੇਵ ਸਿੰਘ ਢੀਂਡਸਾ ਤੇ ਉਹ ਮਿਲ ਕੇ ਚੋਣ ਲੜਨਗੇ ਅਤੇ ਵੋਟਾਂ ਵੀ ਸਾਰਿਆਂ ਦਾ ਮਾਂਜਾ ਫੇਰ ਦੇਣਗੇ। ਕੈਪਟਨ ਨੇ ਕਿਹਾ ਕਿ ਜਿਸ ਪਾਰਟੀ ਦੀ ਜਿੱਤਣ ਵਾਲਾ ਉਮੀਦਵਾਰ ਹੈ ਉਸ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਕੱਲ ਟਿਕਟਾਂ ਜਾਂ ਗਿਣਤੀ ਨਹੀਂ ਬਲਕਿ ਚੋਣ ਜਿੱਤਣ ਦੀ ਹੈ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਉਹਨਾਂ ਨੂੰ ਤਨਖਾਹੀਆ ਕਰਾਰ ਦੇਣ ਦੇ ਜਵਾਬ ਵਿੱਚ ਕਿਹਾ ਸੀ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਹੁਕਮ ਮੰਨਦੀ ਹੈ, ਇਸ ਲਈ ਮੁਤਵਾਜ਼ੀ ਜਥੇਦਾਰ ਨੂੰ ਕੋਈ ਨਹੀਂ ਪੁੱਛਦਾ। ਉਹਨਾਂ ਨੇ ਕਿਹਾ ਕਿ ਕਾਂਗਰਸ ਵਿੱਚੋਂ ਕੱਢੇ ਗਏ ਸਾਰੇ ਆਗੂਆਂ ਨੂੰ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਜੇਕਰ ਆਪ ਆਧਾਰ ਮਜ਼ਬੂਤ ਹੋਣ ਦਾ ਦਾਅਵਾ ਕਰਦੀ ਹੈ ਤਾਂ ਉਹਨਾਂ ਦੇ ਵਿਧਾਇਕ ਪਾਰਟੀ ਛੱਡ ਕੇ ਕਿਉਂ ਜਾ ਰਹੇ। ਕੈਪਟਨ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਨਾਮ ਲਏ ਬਗੈਰ ਕਿਹਾ ਕਿ ਪਾਕਿਸਤਾਨ ਨਾਲ ਉਦੋਂ ਤੱਕ ਵਪਾਰ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਪਾਕਿਸਤਾਨ ਭਾਰਤੀ ਫੌਜੀਆਂ ਨੂੰ ਮਾਰਨਾ ਬੰਦ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਸੰਬੰਧੀ ਉਹ ਜਲਦ ਹੀ ਭਾਜਪਾ ਪ੍ਰਧਾਨ JP ਨੱਡਾ ਅਤੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਭਾਜਪਾ ਨਾਲ ਸਮਝੌਤਾ ਨਾ ਕਰਨ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਨੇ ਕਿਹਾ ਕਿ ਬੀਤੇ ਕੱਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨਾਲ ਗੱਲਬਾਤ ਹੋਣ ਦੀ ਗੱਲ ਕਹੀ। ਬੇਅਦਬੀ ਤੇ ਡਰੱਗ ਦੇ ਮੁੱਦੇ ਤੇ ਕੈਪਟਨ ਨੇ ਕਿਹਾ ਕਿ ਉਹਨਾਂ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਣ ਵਾਲਿਆਂ ਨੂੰ ਹੁਣ ਕਾਰਵਾਈ ਕਰਨ ਤੋਂ ਕੌਣ ਰੋਕਦਾ ਹੈ। ਉਹਨਾਂ ਨੇ ਕਿਹਾ ਕਿ ਬਾਰ-ਬਾਰ ਮੈਨੂੰ ਬਾਦਲ ਤੇ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਦਬਾਅ ਬਣਾਇਆ ਗਿਆ, ਪਰ ਲੋਕਤੰਤਰ ਵਿੱਚ ਸੰਵਿਧਾਨ ਕਾਨੂੰਨ ਅਨੁਸਾਰ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਂਦੀ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਲਦੀ ਜਥੇਬੰਦਕ ਢਾਂਚੇ ਦਾ ਵੀ ਐਲਾਨ ਕਰ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।